खुद अपने लिए करता है ਅਤੇ ਹੋਰਨਾਂ ਨੂੰ ਦਾ ਭਲਾ ਕਰਨ ਲਈ ਕਰਦਾ ਹੈ। ਪਰ ਅੱਜ ਦੇ ਆਧੁਨਿਕ ਯੁੱਗ ਵਿੱਚ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਅਲੋਪ ਹੋ ਰਹੀਆਂ। ਚੰਗੀ ਸੋਚ, ਚੰਗੀ ਬੋਲਬਾਣੀ, ਚੰਗੀ ਕਿਰਤ ਕਰਨੀ, ਇਹ ਲੋਕਾਂ ਦਾ ਸਿਰਫ ਦਿਖਾਵਾ ਰਹਿ ਗਿਆ। ਜੇਕਰ ਅੰਦਰੋਂ ਮਨ ਤੋਂ ਅਸੀਂ ਕਰੀਏ ਵੀ ਮਾਨਸਿਕ ਤੌਰ ਤੇ ਮਨੁੱਖ ਕਿਸੇ ਨੂੰ ਦੁੱਖ ਨਹੀਂ ਪਹੁੰਚਾਉਣਾ ਚਾਹੁੰਦਾ, ਇਹ ਅੱਜ ਕੱਲ ਬਹੁਤ ਘੱਟ ਲੋਕ ਦੇਖਣ ਨੂੰ ਮਿਲਦੇ ਹੈ। ਪਰ ਅੱਜ ਅਸੀਂ ਕਿਸ ਚੀਜ਼ ਦੇ ਉੱਤੇ ਜ਼ੋਰ ਦੇਣਾ ਹੈ ਵੀ ਜਿਹੜੇ ਨੈਤਿਕ ਗੁਣ ਹੈ, ਸਰਬੱਤ ਦੇ ਭਲੇ ਦੀ ਅਸੀਂ ਗੱਲ ਕਰਨੀ ਹੈ, ਨੈਤਿਕ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਨੇ ਹੈ। ਇਹ ਸਾਰੇ ਗੁਣ ਇਨਸਾਨ ਨੂੰ ਕੀ ਬਣਾਉਂਦੇ? ਵਧੀਆ ਬਣਾਉਂਦੇ ਹੈ, ਤੇ ਵਧੀਆ ਇਨਸਾਨ ਹੀ ਜਿਹੜਾ ਹੈ ਉਹ ਵਧੀਆ ਰਹਿਣ ਯੋਗ ਸਮਾਜ ਬਣਾ ਸਕਦਾ ਹੈ। ਇਸ ਵਿਸ਼ੇ ਤੇ ਗੱਲ ਕਰਨ ਲਈ ਮੈਂ ਸਭ ਤੋਂ ਪਹਿਲਾਂ ਸੱਦਾ ਦੇਵਾਂਗੀ ਡਾਕਟਰ ਤਜਿੰਦਰਪਾਲ ਸਿੰਘ ਨੂੰ। ਡਾਕਟਰ ਤਜਿੰਦਰਪਾਲ ਸਿੰਘ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੌਂਸਟੀਚਿਊਟ ਕਾਲਜ, ਯੂਨੀਵਰਸਿਟੀ ਕਾਲਜ ਮੀਰਾਪੁਰ ਵਿਖੇ ਲਗਭਗ ਪਿਛਲੇ 12 ਸਾਲ ਤੋਂ ਬਤੌਰ ਸਹਾਇਕ ਪ੍ਰੋਫੈਸਰ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਉਹਨਾਂ ਨੂੰ ਮੈਂ ਗੱਲ ਕਰਾਂਗੀ ਵੀ ਉਹ ਸਿੰਪਲ ਭਾਸ਼ਾ ਦੇ ਵਿੱਚ ਸਾਡੇ ਬੁਲਾਰਿਆਂ ਨੂੰ, ਸਾਡੇ ਜਿਹੜੇ ਬਾਕੀ ਹੋਰ ਸੁਣਨ ਵਾਲੇ ਆ, ਉਹਨਾਂ ਨੂੰ ਨੈਤਿਕਤਾ ਦੀ ਡੈਫੀਨੇਸ਼ਨ ਸਮਝਾਉਣ ਅਤੇ ਨੈਤਿਕਤਾ ਦਾ ਸਾਡੀ ਜ਼ਿੰਦਗੀ ਦੇ ਵਿੱਚ ਕੀ ਯੋਗਦਾਨ ਹੈ ਉਹਦੇ ਬਾਰੇ ਜ਼ਿਕਰ ਕਰਨ। ਡਾਕਟਰ ਤਜਿੰਦਰਪਾਲ ਸਿੰਘ। थैंक यू मनप्रीत। बहुत ही सत्कारयोग शख्सियतां ਜਿਹੜੀਆਂ ਇਸ ਵੈਬੀਨਾਰ ਦੇ ਵਿੱਚ ਜੁੜੀਆਂ ਹੋਈਆਂ। ਮੈਂ ਬੇਸ਼ੱਕ ਪਰਸਨਲੀ ਨਹੀਂ ਜਾਣਦਾ ਸਾਰਿਆਂ ਨੂੰ। ਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਹੁਕਮ ਹੋਇਆ ਨੈਤਿਕਤਾ ਬਾਰੇ ਗੱਲ ਕਰਨ ਦਾ, ਜੇ ਆਪਾਂ ਇਹਨੂੰ ਸਿੰਪਲ ਸ਼ਬਦਾਂ ਦੇ ਵਿੱਚ, ਬੜੇ ਹੀ ਸੌਖੇ ਸ਼ਬਦਾਂ ਦੇ ਵਿੱਚ ਦੇਖੀਏ ਤਾਂ ਜਿਹੜੀ ਨੈਤਿਕਤਾ ਹੈ ਇਹ ਮਨੁੱਖਾ ਜੀਵਨ ਦਾ ਬੜਾ ਹੀ ਮਹੱਤਵਪੂਰਨ ਅੰਗ ਹੈ। ਮਨੁੱਖਾ ਜੀਵਨ ਨੂੰ ਸੋਧਣ ਵਿੱਚ ਨੈਤਿਕਤਾ ਜਿਹੜੀ ਉਹ ਬੜਾ ਅਹਿਮ ਰੋਲ ਅਦਾ ਕਰਦੀ ਹੈ। ਮਨੁੱਖ ਦਾ ਸਰਵਉੱਚ ਉਦੇਸ਼ ਹੈ ਜਿਹੜਾ ਗੁਰਬਾਣੀ ਦੀ ਦ੍ਰਿਸ਼ਟੀ ਵਿੱਚ ਭਈ ਪ੍ਰਾਪਤੇ ਮਾਨੁਖ ਦੇਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਇਸ ਉਦੇਸ਼ ਦੀ ਪ੍ਰਾਪਤੀ ਹੀ ਜੇਕਰ ਕਰੀਏ ਆਪਾਂ ਨੈਤਿਕਤਾ ਦੇ ਅਧੀਨ ਹੈ, ਕਿਉਂਕਿ ਨੈਤਿਕਤਾ ਹੀ ਇੱਕ ਅਜਿਹੀ ਵਿਸ਼ੇਸ਼ਤਾ ਹੈ ਜਿਹੜੀ ਪਸ਼ੂ ਬਿਰਤੀ ਤੇ ਪਦਾਰਥਵਾਦੀ ਬਿਰਤੀ ਤੋਂ ਮਨੁੱਖ ਨੂੰ ਨਿਖੇੜਦੀ ਹੈ। ਨੈਤਿਕਤਾ ਦੇ ਜੇ ਅਰਥਾਂ ਦੀ ਗੱਲ ਕਰੀਏ ਤਾਂ ਨੈਤਿਕ ਜਿਹੜਾ ਸ਼ਬਦ ਹੈ ਇਹ ਅੰਗਰੇਜ਼ੀ ਸ਼ਬਦ ਐਥਿਕਸ ਦਾ ਅਨੁਵਾਦ ਹੈ, ਜਿਹੜਾ ਕਿ ਯੂਨਾਨੀ ਸ਼ਬਦ ਇਥੋਸ ਤੋਂ ਨਿਕਲਿਆ ਹੈ, ਜਿਸ ਦੇ ਅਰਥ ਰਿਵਾਜ ਅਤੇ ਵਰਤੋਂ ਦੇ ਸੁਭਾਅ ਆਦਿ ਹਨ। ਇਸੇ ਤਰ੍ਹਾਂ ਨੈਤਿਕਤਾ ਦਾ ਸਮਾਨਾਰਥੀ ਸ਼ਬਦ ਮੋਰਾਲ, ਜਿਹੜਾ ਲਾਤੀਨੀ ਸ਼ਬਦ ਮੋਰਜ਼ ਤੋਂ ਲਿਆ ਗਿਆ ਹੈ, ਇਸ ਦੇ ਅਰਥ ਵੀ ਰਿਵਾਜ ਜਾਂ ਵਰਤੋਂ ਦੇ ਸੁਭਾਅ ਹੀ ਹਨ। ਬੇਸ਼ੱਕ ਨੈਤਿਕ ਸ਼ਬਦ ਦੇ ਅਰਥ ਰਿਵਾਜ ਜਾਂ ਵਰਤੋਂ ਦੇ ਸੁਭਾਅ ਹਨ, ਪਰੰਤੂ ਫਿਰ ਵੀ ਸਾਰੇ ਰਿਵਾਜਾਂ ਜਾਂ ਵਰਤੋਂ ਦੇ ਸੁਭਾਅ ਨੂੰ ਨੈਤਿਕ ਨਹੀਂ ਬਿਆਨ ਕੀਤਾ ਜਾ ਸਕਦਾ। ਕਿਸੇ ਵਿਅਕਤੀ ਦੇ ਕੇਵਲ ਉਹ ਤਰੀਕੇ ਹੀ ਜਿਨ੍ਹਾਂ ਨੂੰ ਚੰਗੇਰੇ ਮੰਨਿਆ ਗਿਆ ਹੈ ਨੈਤਿਕ ਕਹੇ ਜਾ ਸਕਦੇ ਹਨ। ਵਰਣਨਯੋਗ ਹੈ ਕਿ ਚੰਗੇਰੇ ਸ਼ਬਦ ਦੀ ਵਰਤੋਂ ਸਾਨੂੰ ਜੋ ਕੁਝ ਹੈ ਤੇ ਜੋ ਕੁਝ ਹੋਣਾ ਚਾਹੀਦਾ ਹੈ, ਇਹਨਾਂ ਦੋਨਾਂ ਵਾਕਾਂ ਦੇ ਵਿੱਚ ਅੰਤਰ ਦਰਸਾਉਂਦਾ ਹੈ। ਮੈਂ ਥੋੜਾ ਜਿਹਾ ਐਕਸਪਲੇਨ ਕਰਾਂ ਇਸ ਗੱਲ ਨੂੰ। ਸਾਡਾ ਸੁਭਾਅ ਕੀ ਹੈ, ਅਸੀਂ ਆਪਣੀ ਲਾਈਫ ਦੇ ਵਿੱਚ, ਸੋਸ਼ਲ ਲਾਈਫ ਦੇ ਵਿੱਚ ਕਿਵੇਂ ਵਿਚਰਦੇ ਹਾਂ, ਇਹਨੂੰ ਸੌਖੇ ਸ਼ਬਦਾਂ ਦੇ ਵਿੱਚ ਨੈਤਿਕਤਾ ਦੇ ਅਧੀਨ ਲਿਆ ਜਾਂਦਾ। ਫਿਰ ਸਾਡਾ, ਮੈਂ ਇਹ ਕਹਿਣਾ ਚਾਹੁੰਦਾ ਵੀ ਜੋ ਕੁਝ ਸਾਡਾ ਸੁਭਾਅ ਹੈ ਤੇ ਜਿਵੇਂ ਹੋਣਾ ਚਾਹੀਦਾ ਹੈ, ਇਹ ਜਿਹੜਾ ਡਿਫਰੈਂਸ ਹੈ, ਇਹ ਡਿਫਰੈਂਸ ਹੀ ਐਕਚੁਅਲੀ ਨੈਤਿਕਤਾ। ਇਹਦਾ ਇੱਕ ਮੈਂ ਐਗਜ਼ਾਮਪਲ ਕੋਟ ਕਰਨਾ ਚਾਹਾਂਗਾ। ਮੈਂ ਇੱਕ ਟੀਚਰ ਹਾਂ, ਮੈਂ ਇੱਕ ਚੰਗੇਰਾ ਟੀਚਰ ਹੋਣਾ ਚਾਹੀਦਾ, ਇਹ ਨੈਤਿਕਤਾ ਦੀ ਮੰਗ ਹੈ। ਤਾਂ ਇਸ ਕਰਕੇ ਜਿਹੜਾ ਡਿਜ਼ਾਇਰੇਬਲ ਚੀਜ਼ ਹੈ, ਜਿਹੜੀ ਚੀਜ਼ ਨੂੰ ਅਸੀਂ ਚੰਗੇਰਾ ਸਮਝਦੇ ਹਾਂ, ਉਹ ਨੈਤਿਕ ਗੁਣ ਨੇ। ਉਹ ਗੁਣ ਨੇ ਜਿਹੜੇ, ਉਹਨਾਂ ਨੂੰ ਆਪਾਂ ਨੈਤਿਕਤਾ ਕਹਿ ਸਕਦੇ ਹਾਂ। ਸਰਲ ਅਰਥਾਂ ਵਿੱਚ ਆਪਾਂ ਜੇ ਕਹਿਣਾ ਚਾਹੀਏ ਇੱਕ ਵਾਕ ਦੇ ਵਿੱਚ, ਇੱਕ ਲਾਈਨ ਦੇ ਵਿੱਚ, ਤਾਂ ਨੈਤਿਕਤਾ ਤੋਂ ਭਾਵ ਚੰਗਿਆਈ ਹੈ, ਜਿਹੜੀ ਕਿ ਮਨੁੱਖ ਦੇ ਅੰਦਰ ਪ੍ਰਵਿਰਤੀ, ਜਿਹੜੀ ਮਨੁੱਖ ਦੇ ਅੰਦਰ ਹੋਣੀ ਚਾਹੀਦੀ ਹੈ। ਨੈਤਿਕਤਾ ਦੀ ਅੱਗੇ ਆਪਾਂ ਡੂੰਘੀ ਵਿਚਾਰ ਕਰਨ ਤੋਂ ਪਹਿਲਾਂ ਇਹ ਦੇਖਣਾ ਚਾਹਾਂਗੇ ਕਿ ਨੈਤਿਕਤਾ ਦੇ ਆਧਾਰ ਸਰੋਤ ਕੀ ਨੇ। ਨੈਤਿਕਤਾ ਬੰਦੇ ਦੇ ਅੰਦਰ ਆਵੇ ਕਿਵੇਂ, ਜਾਂ ਇਹ ਕਹਿ ਲਈਏ ਵੀ ਚੰਗਿਆਈ ਆਵੇ ਕਿਵੇਂ, ਚੰਗੇ ਗੁਣ ਪ੍ਰਵੇਸ਼ ਕਿੱਦਾਂ ਕਰਨ। ਜਦੋਂ ਆਪਾਂ ਇਸ ਗੱਲ ਦੀ ਸਿਧਾਂਤਕ ਪੜਚੋਲ ਕਰਦੇ ਹਾਂ ਤਾਂ ਸਾਨੂੰ ਪਤਾ ਚੱਲਦਾ ਕਿ ਨੈਤਿਕਤਾ ਨੂੰ ਸਿੱਖ ਧਰਮ ਦੇ ਹਵਾਲੇ ਨਾਲ ਜਦੋਂ ਅਸੀਂ ਸਮਝਣ ਦਾ ਯਤਨ ਕਰਦੇ ਹਾਂ
ਤਾਂ ਸਿੱਖ ਧਰਮ ਵਿੱਚ ਨੈਤਿਕ ਸਰੋਕਾਰਾਂ ਦੀ ਕਾਫੀ ਸਮੱਗਰੀ ਜਿਹੜੀ ਹੈ ਉਹ ਸਾਨੂੰ ਮਿਲਦੀ ਹੈ। ਇਸ ਸਮੱਗਰੀ ਨੂੰ ਆਪਾਂ ਦੋ ਕਿਸਮਾਂ ਵਿੱਚ ਵੰਡ ਸਕਦੇ ਹਾਂ। ਪਹਿਲੀ, ਪ੍ਰਮੁੱਖ ਸਰੋਤ ਨੇ ਸਾਡੇ ਜਿਹੜੇ ਨੈਤਿਕਤਾ ਬਾਰੇ ਸਾਨੂੰ ਗਿਆਨ ਦਿੰਦੇ ਆ। ਦੂਜੇ, ਗੌਣ ਸਰੋਤ ਨੇ। ਪ੍ਰਮੁੱਖ ਸਰੋਤਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਲੈ ਸਕਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੰਪੂਰਨ ਰੂਪ ਦੇ ਵਿੱਚ ਸਾਨੂੰ ਨੈਤਿਕ ਕਦਰਾਂ ਕੀਮਤਾਂ ਨਾਲ ਜੋੜਦੀ ਹੈ। ਇਸੇ ਤਰ੍ਹਾਂ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਵੀ ਕਈਆਂ ਬਾਣੀਆਂ ਦੇ ਵਿੱਚ ਸਾਨੂੰ ਨੈਤਿਕਤਾ ਦੇ ਅਧੀਨ ਜਿਹੜਾ ਸਾਨੂੰ ਪ੍ਰਵਚਨ ਮਿਲਦੇ ਨੇ। ਭਾਈ ਗੁਰਦਾਸ ਜੀ ਨੇ ਵਾਰਾਂ, ਭਾਈ ਨੰਦ ਲਾਲ ਜੀ, ਇਹ ਚਾਰ ਪ੍ਰਮੁੱਖ ਸਰੋਤ ਨੇ। ਇਹਨਾਂ ਤੋਂ ਬਿਨਾਂ ਸਾਡੇ ਗੌਣ ਸਰੋਤ ਨੇ, ਜਿਨ੍ਹਾਂ ਨੂੰ ਅਸੀਂ 17ਵੀਂ 18ਵੀਂ ਸਦੀ ਦੇ ਇਤਿਹਾਸਕ ਸਰੋਤ ਮੰਨਦੇ ਹਾਂ, ਜਿਵੇਂ ਜਨਮ ਸਾਖੀਆਂ ਨੇ, ਰਹਿਤਨਾਮੇ ਨੇ। ਪ੍ਰੇਮ ਸੁਮਾਰਗ ਬੜਾ ਵੱਡਾ ਗ੍ਰੰਥ ਹੈ, ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਹਜ਼ੂਰ ਦੇ ਸਮਕਾਲ ਦਾ। ਇਸ ਦੇ ਵਿੱਚ ਸਾਨੂੰ ਨੈਤਿਕਤਾ ਬਾਰੇ ਬਹੁਤ ਹੀ ਭਰਪੂਰ ਜਿਹੜੀ ਜਾਣਕਾਰੀ ਮਿਲਦੀ ਆ। ਗੁਰਬਿਲਾਸ ਨੇ, ਸ੍ਰੀ ਗੁਰੂ ਸੋਭਾ, ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਹੈ। ਮਤਲਬ ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਨੈਤਿਕਤਾ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਸਾਨੂੰ ਉਸ ਨੈਤਿਕਤਾ ਬਾਰੇ ਗਿਆਨ ਕਿੱਥੋਂ ਪ੍ਰਾਪਤ ਹੋ ਰਿਹਾ ਹੈ। ਉਹ ਸਾਡੇ ਦੋ ਮੁੱਖ ਰੂਪ ਦੇ ਵਿੱਚ ਸਰੋਤ ਨੇ, ਜਿਨ੍ਹਾਂ ਤੋਂ ਸਾਨੂੰ ਨੈਤਿਕਤਾ ਬਾਰੇ ਆਧਾਰ ਸਮੱਗਰੀ ਪ੍ਰਾਪਤ ਹੁੰਦੀ ਹੈ। ਇਹਨਾਂ ਦੋਨਾਂ ਕਿਸਮਾਂ ਦੀ ਸਰੋਤਾਂ ਦੇ ਵਿੱਚੋਂ ਜੇ ਆਪਾਂ ਧਿਆਨ ਨਾਲ ਵਾਚੀਏ ਤਾਂ ਸਾਨੂੰ ਦੂਜੀ ਕਿਸਮ ਦੀ ਸਮੱਗਰੀ ਜਿਹੜੀ ਭਾਵ ਗੌਣ ਸਰੋਤ ਨੇ, ਉਹ ਪਹਿਲੇ ਪ੍ਰਮੁੱਖ ਸਰੋਤਾਂ ਦੀ ਹੀ ਵਿਆਖਿਆ ਕਰਦੇ ਭਾਸਦੇ ਨੇ, ਕਿਉਂਕਿ ਗੁਰਬਾਣੀ ਨੂੰ ਆਧਾਰ ਬਣਾ ਕੇ ਹੀ ਇਤਿਹਾਸਕ ਸਰੋਤ ਨੇ ਜਿਹੜੇ ਉਹ ਨੈਤਿਕ ਗੁਣਾਂ ਦੀ ਜਿਹੜੀ ਵਿਆਖਿਆ ਉਹ ਕਰਦੇ ਆ। ਇਸ ਲਈ ਮੇਰੇ ਇਸ ਪਰਚੇ ਦਾ ਜਿਹੜਾ ਘੇਰਾ ਹੈ ਉਹ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਭਾਵ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਧਾਰ ਬਣਾ ਕੇ ਹੀ ਨੈਤਿਕਤਾ ਨੂੰ ਮੈਂ ਵਿਆਖਿਆ ਦੀ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਹੈ। ਜਿਵੇਂ ਪਹਿਲਾਂ ਗੱਲ ਕੀਤੀ ਹੈ ਕਿ ਮਨੁੱਖਾ ਜੀਵਨ ਨੂੰ ਸੋਧਣ ਵਿੱਚ ਨੈਤਿਕਤਾ ਦੀ ਜਿਹੜੀ ਹੈ ਉਹ ਵਿਸ਼ੇਸ਼ ਭੂਮਿਕਾ ਰਹੀ ਹੈ। ਇਸ ਕਰਕੇ ਨੈਤਿਕਤਾ ਤੇ ਧਰਮ ਦਾ ਆਪਸ ਵਿੱਚ ਬੜਾ ਡੂੰਘਾ ਸੰਬੰਧ ਹੈ। ਧਰਮ ਦੀ ਵਿਸ਼ਵ ਦ੍ਰਿਸ਼ਟੀ ਹੀ ਕਿਸੇ ਵਿਅਕਤੀ ਦੀ ਜੀਵਨ ਜਾਂਚ ਦਾ ਮੂਲ ਪ੍ਰੇਰਨਾ ਸਰੋਤ ਹੋ ਸਕਦੀ ਹੈ। ਸਿੱਖ ਧਰਮ ਵਿੱਚ ਚਿਰ ਸਥਾਈ ਮਹੱਤਵ ਰੱਖਣ ਵਾਲੀ ਨੈਤਿਕਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਹੀ ਝਲਕਦੀ ਹੈ। ਇਸੇ ਕਾਰਨ ਹੀ ਮਨੁੱਖਾ ਜੀਵਨ ਦੀ ਸੰਪੂਰਨ ਅਧਿਆਤਮਕ ਤੇ ਨੈਤਿਕ ਅਗਵਾਈ ਦਾ ਮੂਲ ਸੋਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਮੈਂ ਇਸ ਗੱਲ ਨੂੰ ਜੇ ਵਿਆਖਿਆ ਕਰਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਪਾਂ ਕਹਿੰਦੇ ਹਾਂ ਵੇ ਆਫ ਲਾਈਫ ਹੈ। ਅਕਸਰ ਸਟੂਡੈਂਟਸ ਨਾਲ ਗੱਲਬਾਤ ਕਰਦੇ ਹੋਏ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸੰਬੰਧ ਵਿੱਚ ਗੱਲ ਹੁੰਦੀ ਹੈ ਤਾਂ ਅਕਸਰ ਮੈਂ ਕਹਿੰਦਾ ਹੁੰਦਾ ਕਲਾਸ ਵਿੱਚ ਵੀ ਬਾਣੀ ਸਾਡੀ ਜੀਵਨ ਜਾਂਚ ਹੈ। ਤੇ ਜਿੱਥੋਂ ਤੱਕ ਮੈਂ ਸਮਝਦਾ ਹੈ ਵੀ ਹੈ, ਇਹ ਗੱਲ ਬੜੀ ਦਰੁਸਤ ਹੈ, ਆਪਾਂ ਸਾਰੇ ਸਹਿਮਤ ਹੋਵਾਂਗੇ। ਸਾਨੂੰ ਸਵੇਰੇ ਉੱਠਣ ਤੋਂ ਲੈ ਕੇ ਰਾਤ ਪੈਣ ਤੱਕ ਜਿੰਨੀ ਸਾਡੀ ਨਿੱਤ ਦੀ ਕਿਰਿਆ ਗੁਰੂ ਪਾਤਸ਼ਾਹ ਹਜ਼ੂਰ ਬਾਣੀ ਦੇ ਵਿੱਚ ਸਾਨੂੰ ਦੱਸਦੇ, ਤਾਕੀਦ ਕਰਦੇ ਕਿਹੋ ਜਿਹੀ ਹੋਣੀ ਚਾਹੀਦੀ ਹੈ। ਸੋ ਮਨੁੱਖ ਲਈ ਕਿਸ ਤਰ੍ਹਾਂ ਦਾ ਜਿਹੜਾ ਆਚਰਣ ਉਚਿਤ ਹੈ, ਮਨੁੱਖ ਦੁਆਰਾ ਕਿਹੋ ਜਿਹਾ ਆਚਰਣ ਧਾਰਨ ਕਰਨਾ ਚਾਹੀਦਾ ਹੈ, ਇਹ ਦੋ ਵੱਡੇ ਜਿਹੜੇ ਸਵਾਲ ਨੇ ਸਾਨੂੰ ਗੁਰਬਾਣੀ ਵਿੱਚੋਂ ਇਹਨਾਂ ਦੇ ਜਵਾਬ ਮਿਲਦੇ ਆ। ਗੁਰਬਾਣੀ ਦੇ ਅਧਿਐਨ ਤੋਂ ਇੱਕ ਗੱਲ ਬੜੀ ਸਪਸ਼ਟ ਹੁੰਦੀ ਹੈ ਕਿ ਦ੍ਰਿਸ਼ਟਮਾਨ ਜਗਤ ਹੈ ਜਿਹੜਾ ਉਹ ਕਿਸੇ ਪਰਮ ਸੱਤਾ ਦੀ ਕਰਤਾਰੀ ਰਚਨਾ ਹੈ, ਜਿਹੜੀ ਕਿਸੇ ਭੈ ਜਾਂ ਹੁਕਮ ਜਾਂ ਨਿਯਮ ਅਧੀਨ ਚੱਲ ਰਹੀ ਹੈ। ਆਸਾ ਦੀ ਵਾਰ ਦੇ ਵਿੱਚ ਆਪਾਂ ਇਹ ਪੜ੍ਹਦੇ ਹਾਂ, ਰੋਜ਼ ਸੁਣਦੇ ਹਾਂ ਵੀ ਜਿਹੜਾ ਸੰਸਾਰ ਹੈ, ਸ੍ਰਿਸ਼ਟੀ ਹੈ, ਉਹ ਸਾਰਾ ਕਿਸੇ ਨਾ ਕਿਸੇ ਭੈ ਦੇ ਅਧੀਨ, ਕਿਸੇ ਨੇਮ ਦੇ ਅਧੀਨ ਚੱਲ ਰਿਹਾ। ਜਿਹਨੂੰ ਮਹਾਰਾਜ ਕਹਿੰਦੇ ਨੇ ਪਹਿਲਾ ਪਹਿਰਾ ਰੈਣ ਕਹਿ ਵਣਜਾਰਿਆ ਮਿੱਤਰਾ, ਹੁਕਮ ਭਇਆ ਗਰਬਾਸ। ਉਹ ਕਿਸੇ ਹੁਕਮ ਦੇ ਅਧੀਨ ਹੀ ਜਿਹੜੀ ਇਹ ਸ੍ਰਿਸ਼ਟੀ ਚੱਲ ਰਹੀ ਹੈ। ਇਸ ਦ੍ਰਿਸ਼ਟਮਾਨ ਸੰਸਾਰ ਵਿੱਚ ਮਨੁੱਖ ਦੀ ਇਹ ਵਿਲੱਖਣਤਾ ਹੈ ਕਿ ਉਸ ਦੀ ਰਚਨਾ ਸਰੀਰ ਅਤੇ ਆਤਮਾ ਦੋ ਵਿਰੋਧੀ ਤੱਤਾਂ ਦੇ ਵਿਚਿੱਤਰ ਸੰਜੋਗ ਦੁਆਰਾ ਹੋਈ ਹੈ। ਸੰਜੋਗ ਹੋਇਆ ਹੈਗਾ ਦੋ ਤੱਤਾਂ ਦਾ, ਸਰੀਰ ਤੇ ਆਤਮਾ। ਜਦੋਂ ਆਪਾਂ ਨੈਤਿਕ ਗੁਣਾਂ ਦੀ ਗੱਲ ਕਰ ਰਹੇ ਹਾਂ, ਸਾਨੂੰ ਇਸ ਗੱਲ ਤੇ ਨਿਖੇੜਾ ਕਰਨਾ, ਥੋੜ੍ਹਾ ਜਿਹਾ ਇਸ ਗੱਲ ਨੂੰ ਸਮਝਣਾ ਪੈਣਾ ਹੈ ਕਿ ਇਹ ਮਨੁੱਖ ਹੈ ਜਿਹੜਾ ਦੋ ਤੱਤਾਂ ਦਾ ਸੁਮੇਲ ਹੈ। ਸਰੀਰ ਹੈ ਇੱਕ ਆਤਮਾ ਹੈ, ਜਿਹਨੂੰ ਮਹਾਰਾਜ ਕਹਿੰਦੇ ਕਾਇਆ ਹੰਸ ਸੰਜੋਗ ਮੇਲ ਮਿਲਾਇਆ। ਮਨੁੱਖ ਦੀ ਕਾਇਆ ਜਿਹੜੀ ਹੈ ਉਹ ਬੇਸ਼ੱਕ ਨਾਸ਼ਮਾਨ ਹੈ, ਇੱਕ ਜ਼ਰੀਆ ਹੈ, ਜਿਹਨੂੰ ਕਹਿੰਦੇ ਆ ਇਹ ਪਰਮਾਤਮਾ ਦੀ ਪ੍ਰਾਪਤੀ ਦਾ ਇੱਕ ਜ਼ਰੀਆ ਹੈ। ਮਨੁੱਖ ਦੀ ਕਾਇਆ ਜਿਹੜੀ ਉਹ ਨਾਸ਼ਮਾਨ ਤਾਂ ਹੈ, ਪਰੰਤੂ ਜਿਹੜੀ ਆਤਮਾ ਹੈ
ਉਹ ਸ਼ੁੱਧ ਚੇਤਨ ਸੱਤਾ ਹੋਣ ਕਰਕੇ ਕਾਲ ਮੁਕਤ ਹੈ। ਭਾਵ ਕਿ ਜਦੋਂ ਇਹ ਸਰੀਰ ਖਤਮ ਹੋ ਜਾਂਦਾ, ਆਤਮਾ ਤਾਂ ਵੀ ਜਿਉਂਦੀ ਰਹਿੰਦੀ ਹੈ। ਜਿਹਨੂੰ ਗੁਰੂ ਸਾਹਿਬ ਕਹਿੰਦੇ ਨੇ, ਮੂਈ ਸੁਰਤ ਬਾਦ ਅਹੰਕਾਰ, ਉਹ ਨਾ ਮੂਆ ਜੋ ਦੇਖਣਹਾਰ। ਅਸਲ ਵਿੱਚ ਮਨੁੱਖੀ ਆਤਮਾ ਪਰਮਾਤਮਾ ਦੀ ਹੀ ਅੰਸ਼ ਹੈ, ਜਿਹਨੂੰ ਭਗਤ ਕਬੀਰ ਜੀ ਕਹਿੰਦੇ ਨੇ, ਕਹੋ ਕਬੀਰ ਇਹੋ ਰਾਮ ਕੀ ਅੰਸ। ਗੁਰਬਾਣੀ ਦੀ ਦ੍ਰਿਸ਼ਟੀ ਵਿੱਚ ਮਨੁੱਖ ਅੰਦਰ ਜੋ ਵਿਪਰੀਤ ਦਿਸ਼ਾਵਾਂ ਵਿੱਚ ਵਧਣ ਦੀ ਸੰਭਾਵਨਾ ਹੈ, ਮੈਂ ਫਿਰ ਰਿਪੀਟ ਕਰਦਾ, ਗੁਰਬਾਣੀ ਦੀ ਦ੍ਰਿਸ਼ਟੀ ਵਿੱਚ ਜਦੋਂ ਆਪਾਂ ਗੁਰਬਾਣੀ ਦਾ ਅਧਿਐਨ ਕਰਦੇ ਹਾਂ, ਤਾਂ ਸਾਨੂੰ ਪਤਾ ਚੱਲਦਾ ਕਿ ਮਨੁੱਖ ਦੇ ਅੰਦਰ 2 ਵਿਪਰੀਤ ਜਿਹੜੀਆਂ ਦਿਸ਼ਾਵਾਂ ਨੇ, ਉਹਨਾਂ ਵਿੱਚ ਵਧਣ ਦੀ ਜਿਹੜੀ ਹੈ, ਉਹ ਬੜੀ ਸੰਭਾਵਨਾ ਪਈ ਹੈ। ਉਹ ਕਿਹੜੀਆਂ ਸੰਭਾਵਨਾਵਾਂ ਨੇ? ਇੱਕ ਨੂੰ ਗੁਰਬਾਣੀ ਗੁਰਮੁਖ ਕਹਿੰਦੀ ਹੈ, ਇੱਕ ਨੂੰ ਗੁਰਬਾਣੀ ਮਨਮੁਖ ਕਹਿੰਦੀ ਹੈ। ਆਪਾਂ ਆਪਣੇ ਸੈਲਫ ਯਤਨਾਂ ਨਾਲ ਜਾਂ ਗੁਰਮੁਖਤਾਈ ਵਾਲੇ ਪਾਸੇ ਵੱਧ ਸਕਦੇ ਹਾਂ, ਜਾਂ ਮਨਮੁਖਤਾਈ ਵਾਲੇ ਪਾਸੇ ਵੱਧ ਸਕਦੇ ਹਾਂ। ਇਹ ਸਾਡੀ ਸੈਲਫ ਚੁਆਇਸ ਹੈ। ਜਿਹੜਾ ਮਨਮੁਖ ਜੀਵ ਹੈ, ਉਹ ਆਪਣੇ ਮਨ ਅਧੀਨ ਹੋ ਕੇ ਸੰਸਾਰੀ ਜਾਂ ਦੁਨਿਆਵੀ ਪਦਾਰਥਾਂ ਦੀ ਜਕੜ ਵਿੱਚ ਫਸ ਕੇ ਆਪਣਾ ਜਨਮ ਗਵਾ ਲੈਂਦਾ। ਜਦੋਂ ਕਿ ਗੁਰਮੁਖ ਪ੍ਰਾਣੀ ਹੈ ਜਿਹੜਾ, ਉਹ ਗੁਰੂ ਤੋਂ ਸੇਧ ਪ੍ਰਾਪਤ ਕਰਕੇ ਅਧਿਆਤਮਕ ਗਿਆਨ ਦੀ ਅਗਵਾਈ ਦੁਆਰਾ ਪਰਮਾਰਥ ਪ੍ਰਾਪਤੀ ਦੇ ਮਾਰਗ ਉੱਤੇ ਚੱਲਦਾ। ਗੁਰਬਾਣੀ ਅਨੁਸਾਰ ਮਨੁੱਖ ਜਾਂ ਮਨਮੁਖ ਰਹਿੰਦਾ ਹੋਇਆ ਗੁਰਮੁਖ ਬਣ ਜਾਂਦਾ ਹੈ। ਜਦੋਂ ਮਨੁੱਖ ਇਹ ਚਾਹਵੇ ਕਿ ਮੈਂ ਆਪਣਾ ਆਤਮ ਚੀਨੇ, ਆਪਣੇ ਆਤਮਾ ਦੀ ਜਿਹੜੀ ਪੜਚੋਲ ਕਰੇ, ਤਾਂ ਉਹ ਆਪਣੇ ਵਿਕਾਰਾਂ ਨੂੰ ਦੂਰ ਕਰਕੇ ਗੁਰਮੁਖਤਾਈ ਵਾਲੇ ਰਾਹ ਤੇ ਤੁਰ ਸਕਦਾ ਹੈ ਤੇ ਪਰਮਾਤਮਾ ਦੀ ਕਿਰਪਾ ਸਦਕਾ, ਗੁਰੂ ਦੀ ਕਿਰਪਾ ਸਦਕਾ ਉਹ ਗੁਰਮੁਖ ਬਣ ਸਕਦਾ ਹੈ। ਇਹ ਗੁਰਮੁਖ ਤੇ ਮਨਮੁਖ ਦੇ ਵਿਚਾਲੇ ਵਿਚਾਲੀ ਕੋਈ ਅਵਸਥਾ ਨਹੀਂ ਹੈ। ਜਾਂ ਮਨੁੱਖ ਗੁਰਮੁਖ ਹੋਊਗਾ ਜਾਂ ਮਨਮੁਖ ਹੋਊਗਾ, ਇਹਦੇ ਵਿੱਚ ਕੋਈ ਵੀ ਦਰਜਾ ਨਹੀਂ ਹੈ। ਜੇ ਕਰਕੇ ਆਪਾਂ ਗੁਰਬਾਣੀ ਵਿਚਲੀ ਨੈਤਿਕਤਾ ਦਾ ਪ੍ਰਮੁੱਖ ਮਾਪਦੰਡ ਦੇਖੀਏ, ਤਾਂ ਉਹ ਹੈ ਆਤਮ ਸਿੱਧੀ, ਜਿਹਨੂੰ ਸੈਲਫ ਰਿਅਲਾਈਜੇਸ਼ਨ ਵੀ ਕਹਿੰਦੇ ਆਪਾਂ। ਇਹ ਹੀ ਸਿੱਖ ਨੈਤਿਕਤਾ ਦਾ ਕੇਂਦਰੀ ਧੁਰਾ ਹੈ, ਸੈਲਫ ਰਿਅਲਾਈਜੇਸ਼ਨ। ਮੈਂ ਰਿਪੀਟ ਕਰਦਾ ਕਿ ਜਿੰਨਾ ਚਿਰ ਮਨੁੱਖ ਆਪਣਾ ਆਤਮ ਨਹੀਂ ਚੀਨਦਾ, ਆਪਣੇ ਆਪ ਦੀ ਸੋਝੀ ਨਹੀਂ ਪ੍ਰਾਪਤ ਕਰਦਾ, ਉਨਾ ਚਿਰ ਮਨੁੱਖ ਨੈਤਿਕ ਕਦਰਾਂ ਕੀਮਤਾਂ ਨੂੰ ਧਾਰਨ ਨਹੀਂ ਕਰ ਸਕਦਾ। ਇਹ ਸਾਨੂੰ ਬਹੁਤ ਪ੍ਰਕਾਰੀ ਜਿਹੜੇ ਪ੍ਰਮਾਣ ਮਿਲਦੇ ਨੇ। ਆਤਮ ਸਿੱਧੀ, ਜਿਹਨੂੰ ਆਪਾਂ ਮੋਕਸ਼ ਜਾਂ ਮੁਕਤੀ ਜਾਂ ਪਰਮ ਪਦ, ਕਈ ਨਾਵਾਂ ਨਾਲ ਬਿਆਨ ਕੀਤਾ ਜਾ ਸਕਦਾ ਇਹਨੂੰ, ਮਨੁੱਖ ਦਾ ਆਪਣੇ ਆਪ ਦੀਆਂ ਸੰਪੂਰਨ ਸੰਭਾਵਨਾਵਾਂ ਨੂੰ ਸਿੱਧ ਕਰਨ ਦਾ ਇੱਕ ਆਦਰਸ਼ ਹੈ। ਆਤਮ ਮਹਿ ਰਾਮ, ਰਾਮ ਮਹਿ ਆਤਮ। ਆਤਮ ਵਿੱਚ ਬ੍ਰਹਮ ਦੀ ਸੰਭਾਵਨਾ ਹੈ, ਜਿਸ ਨੂੰ ਕਿ ਸਿੱਧ ਕੀਤਾ ਜਾ ਸਕਦਾ ਹੈ। ਵਿਸ਼ਵ ਦੇ ਪਰਮ ਸੱਤ ਨਾਲ ਅਭੇਦ ਹੋਣਾ ਹੀ ਆਤਮ ਸਿੱਧੀ ਹੈ। ਇਹਨੂੰ ਗੁਰਬਾਣੀ ਵਿੱਚ ਮੈਂ ਜੇ ਥੋੜਾ ਜਿਹਾ ਹੋਰ ਸੁਖਾਲਾ ਕਰਨ ਦੀ ਕੋਸ਼ਿਸ਼ ਕਰਾਂ ਇਸ ਪੁਆਇੰਟ ਨੂੰ, ਗੁਰਬਾਣੀ ਵਿੱਚ ਆਪਾਂ ਜਪਜੀ ਸਾਹਿਬ 'ਚ ਰੋਜ਼ ਪੜ੍ਹਦੇ ਹਾਂ, ਕਿਵ ਸਚਿਆਰਾ ਹੋਈਆ, ਕਿਵ ਕੂੜਾ ਟੁਟਾ ਪਾਲੇ। ਮਨੁੱਖ ਹੈ ਜਿਹੜਾ, ਉਹ ਸਚਿਆਰ ਕਿਵੇਂ ਹੋ ਸਕਦਾ ਹੈ? ਮਨੁੱਖ ਦੇ ਆਲੇ ਦੁਆਲੇ ਜਿਹੜੀ ਕੂੜ ਦੀ, ਝੂਠ ਦੀ ਕੰਧ ਹੈ, ਉਹ ਕਿਵੇਂ ਟੁੱਟ ਸਕਦੀ ਹੈ? ਇਹ ਜਿਹੜੀ ਸਚਿਆਰਾ ਹੋਣਾ ਹੀ ਜਿਹੜੇ ਨੈਤਿਕ ਗੁਣ ਧਾਰਨ ਕਰਨੇ ਨੇ। ਮਤਲਬ ਬਿਨਾਂ ਨੈਤਿਕ ਗੁਣਾਂ ਨੂੰ ਧਾਰਨ ਕੀਤੇ ਮਨੁੱਖ ਕਦੇ ਵੀ ਸਚਿਆਰ ਨਹੀਂ ਹੋ ਸਕਦਾ। ਆਤਮ ਸਿੱਧੀ ਦੇ ਮਾਰਗ ਨੂੰ ਹੁਕਮ ਰਜਾਈ ਚੱਲਣਾ ਵੀ ਕਿਹਾ ਗਿਆ ਹੈ, ਕਿਉਂਕਿ ਜੇਕਰ ਮਨੁੱਖ ਨੇ ਇਸ ਰਾਹ ਤੇ ਤੁਰਨਾ ਹੈ, ਤਾਂ ਉਹਦੀ ਸਭ ਤੋਂ ਮੁੱਢਲੀ ਸ਼ਰਤ ਹੁਕਮ ਰਜਾਈ ਚੱਲਣਾ। ਜੇ ਕਰਕੇ ਮਨੁੱਖ ਹੁਕਮ ਵਿੱਚ ਚੱਲੇਗਾ, ਭਾਣਾ ਮੰਨੇਗਾ, ਤਾਂ ਹੀ ਉਹ ਗੁਰਮੁਖਤਾਈ ਵਾਲੇ ਪਾਸੇ ਤੁਰ ਸਕਦਾ ਹੈ। ਹੁਕਮ ਮੰਨਣ ਦੇ ਨਾਲ ਨਾਲ ਹਉਮੈ ਦੀ ਨਿਵਰਤੀ ਵੀ ਨੈਤਿਕਤਾ ਦਾ ਪ੍ਰਮੁੱਖ ਮਾਪਦੰਡ ਹੈ। ਨਾਨਕ ਹੁਕਮੈ ਜੇ ਬੁਝਾ, ਤਾਂ ਹਉਮੈ ਕਹ ਨਾ ਕੋਇ। ਗੁਰੂ ਸਾਹਿਬ ਕਹਿੰਦੇ ਨੇ ਕਿ ਜੇ ਕਰਕੇ ਆਪਾਂ ਹੁਕਮ ਨੂੰ ਬੁੱਝ ਲਈਏ, ਤਾਂ ਹਉਮੈ ਜਿਹੜੀ ਹੈ, ਉਹ ਸਾਡੀ ਦੂਰ ਹੋ ਸਕਦੀ ਹੈ। ਮਨੁੱਖ ਨੂੰ ਹਉਮੈ ਦੇ ਤਿਆਗ ਲਈ ਆਪਣੀ ਵਿਕਾਰੀ ਜਿਹੜੀ ਪ੍ਰਵਿਰਤੀ ਹੈ, ਉਸ ਨਾਲ ਸੰਘਰਸ਼ ਕਰਨਾ ਪੈਂਦਾ। ਗੁਰਬਾਣੀ ਦੀ ਦ੍ਰਿਸ਼ਟੀ ਵਿੱਚ ਆਪਾਂ ਜੇਕਰ ਦੇਖੀਏ ਕਿ ਹਉਮੈ ਜਿਹੜੀ, ਉਹ ਛੱਡਣੀ ਇੰਨੀ ਸੌਖੀ ਨਹੀਂ। ਜਿੰਨੇ ਮਨੁੱਖ ਦੇ ਅੰਦਰ ਹਉਮੈ ਦੇ ਨਾਲ ਹੋਰ 4 ਵਿਕਾਰ ਨੇ, ਜਿਹਨੂੰ ਮਹਾਰਾਜ ਕਹਿੰਦੇ ਨੇ, ਐਸੋ ਕੌਣ ਬਲੀ ਲੈ, ਜਿਨ ਮਿਲ ਮਾਰੇ ਪੰਚ ਸੂਰਬੀਰ।
ਇਹੋ ਜਿਹਾ ਕਿਹੜਾ ਸੂਰਮਾ ਹੈ ਜਿਨ੍ਹਾਂ ਨੇ, ਐਸਾ ਕਿਹੜਾ ਬਲੀ ਹੈ ਜਿਨ੍ਹਾਂ ਨੇ 5 ਸੂਰਬੀਰਾਂ ਨੂੰ ਮਾਰ ਲਿਆ, ਭਾਵ ਜਿੱਤ ਲਿਆ। ਤਾਂ ਗੁਰਬਾਣੀ ਦੇ ਆਸ਼ੇ ਅਨੁਸਾਰ ਨੈਤਿਕ ਗੁਣਾਂ ਦੀ ਜਿਹੜੀ ਪ੍ਰਾਪਤੀ ਆ, ਉਹ ਕੇਵਲ ਤੇ ਕੇਵਲ ਇਹਨਾਂ 5 ਵਿਕਾਰਾਂ ਨੂੰ ਜਿੱਤ ਕੇ ਹੀ ਹੋ ਸਕਦੀ ਹੈ। ਤੇ ਇਹ ਜਿਹੜੀ ਨੈਤਿਕ ਗੁਣ ਨੇ, ਉਹ ਗੁਰਬਾਣੀ ਦੇ ਵਿੱਚ ਉਹਨਾਂ ਨੂੰ ਸਤਿਗੁਣ ਦੇ ਹਵਾਲੇ ਨਾਲ ਬਿਆਨ ਕੀਤਾ ਗਿਆ। ਹੁਣ ਜਦੋਂ ਨੈਤਿਕ ਗੁਣਾਂ ਦੀ ਆਪਾਂ ਗੱਲ ਕਰਦੇ ਹਾਂ, ਜਿਵੇਂ ਡਾਕਟਰ ਮਨਪ੍ਰੀਤ ਨੇ ਆਪਾਂ ਨੂੰ ਪਹਿਲਾਂ ਦੱਸਿਆ ਵੀ ਨੈਤਿਕ ਗੁਣ ਨੇ ਜਿਹੜੇ, ਉਹ ਉਹਨਾਂ ਦਾ ਜਿਹੜਾ ਪ੍ਰਮੁੱਖ ਵਿਸ਼ਾ ਹੈ, ਉਹ ਹੈਗਾ ਕਰਮਖੰਡ, ਜਿਹੜਾ ਕਿ ਮਨੁੱਖ ਦੇ ਬੌਧਿਕ ਵਿਕਾਸ ਦੇ ਪੜਾਵਾਂ ਵਿੱਚ ਸਭ ਤੋਂ ਉਚੇਰਾ ਹੈ। ਇਸ ਕਰਮਖੰਡ ਵਿੱਚ ਪ੍ਰਵਾਨ ਹੋਏ ਮਨੁੱਖ ਆਪਣੀ ਨੈਤਿਕ ਕਮਾਈ ਦੇ ਫਲ ਸਰੂਪ ਆਨੰਦ ਵਿੱਚ ਰਹਿੰਦੇ ਹਨ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਅਕਤੀ ਨੂੰ ਨੈਤਿਕ ਗੁਣ ਧਾਰਨ ਕਰਨ ਦੀ ਸਿੱਖਿਆ ਦਿੱਤੀ ਗਈ ਹੈ। ਜਿਹੜੇ ਨੈਤਿਕ ਗੁਣ ਨੇ, ਗੁਰਬਾਣੀ ਵਿੱਚ ਬੇਸ਼ੱਕ ਬਹੁਤ ਹੀ ਇਹੋ ਜਿਹੇ ਗੁਣਾਂ ਦੀ ਭਰਮਾਰ ਹੈ, ਦਰਸਾਏ ਗਏ ਨੇ ਗੁਣ, ਪਰੰਤੂ ਫਿਰ ਵੀ 5-6 ਜਿਹੜੇ ਗੁਣ ਨੇ, ਉਹ ਮੈਂ ਆਪ ਜੀ ਨਾਲ ਸਾਂਝੇ ਕਰਨਾ ਚਾਹਾਂਗਾ। ਸਭ ਤੋਂ ਪਹਿਲਾ ਜਿਹੜਾ ਗੁਣ ਹੈ, ਉਹ ਸਾਨੂੰ ਗੁਰਬਾਣੀ ਦੇ ਅਧਿਐਨ ਤੋਂ ਪਤਾ ਚੱਲਦਾ ਹੈ, ਉਹ ਹੈ ਉੱਦਮ। ਉੱਦਮ ਤੋਂ ਆਪਾਂ ਸਾਰੇ ਜਾਣਦੇ ਹਾਂ, ਉੱਦਮ ਤੋਂ ਭਾਵ ਹੈ ਕੋਸ਼ਿਸ਼ ਕਰਨੀ, ਯਤਨ ਕਰਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਮਨੁੱਖ ਦਾ ਮੁੱਢਲਾ ਕਰਤੱਵ ਹੀ ਉੱਦਮੀ ਹੈ, ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ, ਉੱਦਮ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਪੁੰਚ, ਧਿਆਇਦਿਆ ਤੂੰ ਪ੍ਰਭ ਮਿਲ ਨਾਨਕ ਉਤਰੀ ਚਿੰਤ। ਉੱਦਮ ਕਰਨਾ ਹਰੇਕ ਪ੍ਰਾਣੀ ਦਾ ਜਿਹੜਾ ਉਹ ਫਰਜ਼ ਹੈ। ਜੀਵ ਨੂੰ ਇਹ ਸਮਝਾਇਆ ਗਿਆ ਕਿ ਉੱਦਮ ਸਿਰਫ ਤੇ ਸਿਰਫ ਵਿਅਕਤੀਗਤ ਯਤਨਾਂ ਦਾ ਨਤੀਜਾ ਨਹੀਂ, ਇਹ ਉੱਦਮ ਅਕਾਲ ਪੁਰਖ ਦੀ ਰਜ਼ਾ ਵਿੱਚ ਵੀ ਹੋ ਸਕਦਾ ਹੈ। ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਵੀ ਮੈਂ ਤਾਂ ਬਹੁਤ ਕੁਝ ਕੀਤਾ, ਪਰੰਤੂ ਰੱਬ ਨੇ ਦਿੱਤਾ ਨਹੀਂ। ਮਹਾਰਾਜ ਕਹਿੰਦੇ ਨਾ, ਕਾਹੂ ਫਲ ਕੀ ਇੱਛਾ ਨਹੀਂ ਬਾਛਾ, ਕੇਵਲ ਭਗਤ ਕੀਰਤਨ ਸੰਗ ਰਾਚਾ। ਇਹ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਵੀ ਹੈ। ਉੱਦਮ ਜਿਹੜੇ ਆਪਾਂ ਕਰ ਰਹੇ ਹਾਂ, ਜੋ ਵੀ ਕਰਮ ਕਰ ਰਹੇ ਹਾਂ, ਉਹਦਾ ਆਪਾਂ ਨੂੰ ਕੀ ਰਿਐਕਸ਼ਨ ਹੋਣਾ, ਕੀ ਉਹਦਾ ਫਲ ਮਿਲਣਾ, ਇਹਦੇ ਬਾਰੇ ਕੋਈ ਮਨੁੱਖ ਨੇ ਚਿੰਤਾ ਨਹੀਂ ਕਰਨੀ ਜਾਂ ਇਹਦੇ ਬਾਰੇ ਨਹੀਂ ਸੋਚਣਾ, ਕਿਉਂਕਿ ਸਗਲ ਉੱਦਮ ਹੈ ਉੱਦਮ ਭਲਾ, ਹਰਿ ਕਾ ਨਾਮ ਜਪਹੁ ਜੀਅ ਸਦਾ। ਸਗਲੇ ਜਿੰਨੇ ਵੀ ਸਾਰੇ ਉੱਦਮ ਨੇ, ਉਹਨਾਂ ਵਿੱਚੋਂ ਸ੍ਰੇਸ਼ਟ ਉੱਦਮ ਹੈ ਜਿਹੜਾ, ਉਹ ਨਾਮ ਜਪਣ ਦਾ। ਕਹਿੰਦੇ ਨੇ ਹਾਥੀ ਦੀ ਪੈੜ ਹੇਠਾਂ ਸਾਰੀਆਂ ਪੈੜਾਂ ਆ ਜਾਂਦੀਆਂ। ਜਦੋਂ ਨਾਮ ਜਪਦੇ ਆ, ਤਾਂ ਨਾਮ ਜਪਣ ਦੇ ਨਾਲ ਸਾਡੇ ਸਾਰੇ ਗੁਣ ਨੇ, ਜਿਹੜੇ ਨੈਤਿਕ ਗੁਣ ਨੇ, ਉਹ ਪ੍ਰਵੇਸ਼ ਕਰ ਜਾਂਦੇ ਆ। ਦੂਜਾ ਜਿਹੜਾ ਗੁਣ ਹੈਗਾ, ਉਹ ਹੈਗਾ ਸਹਿਨਸ਼ੀਲਤਾ। ਸਹਿਨਸ਼ੀਲਤਾ ਜੇ ਆਪਾਂ ਸੁਖਾਲਾ ਅਰਥ ਕਰੀਏ, ਤਾਂ ਸਾਡਾ ਸੁਭਾਅ ਕੀ ਹੈ? ਸਾਡਾ ਸਹਿਨਸ਼ੀਲਤਾ ਤੋਂ ਭਾਵ ਹੈ ਕੋਮਲ ਸੁਭਾਅ, ਖਿਮਾ ਕਰਨੀ। ਸਹਿਨਸ਼ੀਲ ਤੋਂ ਭਾਵ ਆਪਾਂ ਠੰਡਾ ਸੁਭਾਅ ਵੀ ਮੰਨ ਲੈਂਦੇ ਹਾਂ, ਜਾਂ ਕਿਸੇ ਚੀਜ਼ ਨੂੰ ਬਰਦਾਸ਼ਤ ਕਰਨ ਦੀ ਸ਼ਕਤੀ ਹੈ ਜਿਹੜੀ, ਉਹ ਮੰਨ ਲੈਂਦੇ ਹਾਂ। ਸਹਿਨਸ਼ੀਲਤਾ ਤੋਂ ਭਾਵ ਧੀਰਜ ਰੱਖਣਾ ਵੀ ਹੋ ਸਕਦਾ। ਸੋ ਮਨੁੱਖ ਅੱਜ ਸਾਡੀ ਤਰਾਸਦੀ ਹੈ ਕਿ ਸਾਡੇ ਅੰਦਰ ਸਹਿਨਸ਼ੀਲਤਾ ਨਹੀਂ ਰਹੀ, ਪੇਸ਼ੈਂਸ ਜਿਹਨੂੰ ਕਹਿੰਦੇ ਆਪਾਂ ਅੰਗਰੇਜ਼ੀ ਵਿੱਚ। ਮਹਾਰਾਜ ਗੁਰਬਾਣੀ ਵਿੱਚ ਕਹਿੰਦੇ, ਫਰੀਦ ਸਾਹਿਬ ਦੇ ਬਚਨ ਨੇ, ਫਰੀਦਾ ਜੋ ਤੈ ਮਾਰਨ ਮੁਕੀਆ, ਤਿਨਾ ਨ ਮਾਰੇ ਘੁੰਮੇ, ਆਪਨੜੇ ਘਰ ਜਾਈਆ, ਪੈਰ ਤਿਨਾਂ ਦੇ ਚੁੰਮੇ। ਕਹਿੰਦੇ ਜਿਹੜੇ ਸਾਨੂੰ ਕਦੇ ਕੋਈ ਮਾਰਦਾ, ਸਾਨੂੰ ਕੋਈ ਅੱਗੋਂ ਬੋਲ ਕਬੋਲ ਬੋਲਦਾ, ਤਾਂ ਉਹਨਾਂ ਨੂੰ ਆਪਾਂ ਉਹੋ ਜਿਹਾ ਵਿਹਾਰ ਨਾ ਕਰੀਏ ਜਿਹੋ ਜਿਹਾ ਆਪਾਂ ਕਰਦੇ ਹਾਂ, ਅੱਗੇ ਸਾਡੇ ਨਾਲ ਕੋਈ ਕਰ ਰਿਹਾ। ਸਾਡੇ ਅੰਦਰ ਹਲੀਮੀ ਹੋਣੀ ਚਾਹੀਦੀ ਹੈ, ਨਿਮਰਤਾ ਹੋਣੀ ਚਾਹੀਦੀ ਹੈ, ਦਇਆ ਹੋਣੀ ਚਾਹੀਦੀ ਹੈ। ਦਇਆ ਹੋਊਗੀ ਤਾਂ ਹੀ ਅਸੀਂ ਧਰਮੀ ਹੋ ਸਕਦੇ ਹਾਂ। ਇਸ ਕਰਕੇ ਗੁਰਬਾਣੀ ਦੇ ਵਿੱਚ ਸਹਿਨਸ਼ੀਲ ਮਨੁੱਖ ਦੀ ਅਵਸਥਾ ਸੰਬੰਧੀ ਗੁਰੂ ਅਰਜਨ ਦੇਵ ਜੀ ਨੇ ਬੜੇ ਸੁੰਦਰ ਜਿਹੜੇ ਨੇ ਉਹ ਪ੍ਰਵਚਨ ਵਿਅਕਤ ਕੀਤੇ ਨੇ। ਸਹਿਨਸ਼ੀਲ ਸੰਤੰ ਸਮ ਮਿਤਰਸੰ ਦੁਰਜਨਹ, ਭਾਵ ਕਿ ਦੂਜਿਆਂ ਦੀਆਂ ਵਧੀਕੀਆਂ ਨੂੰ ਸਹਾਰਨਾ ਸਹਿਨਸ਼ੀਲ ਮਨੁੱਖ ਦਾ ਜਿਹੜਾ ਉਹ ਸੁਭਾਅ ਹੁੰਦਾ। ਸੋ ਇਸੇ ਤਰ੍ਹਾਂ ਜਿਹੜਾ ਤੀਜਾ ਗੁਣ ਹੈ, ਉਹ ਹੈ ਸਤ। ਮੈਂ ਵਿੱਚੋਂ ਸਕਿਪ ਕਰ ਰਿਹਾ, ਬਹੁਤ ਕੁਝ ਲਿਖਿਆ ਹੈ। ਜੇ ਕਿਸੇ ਨੇ ਪੜ੍ਹਨਾ ਹੋਊ ਡਿਟੇਲ ਦੇ ਵਿੱਚ, ਉਹ ਤੁਸੀਂ ਮੈਨੂੰ WhatsApp ਮੈਸੇਜ ਜਾਂ ਮੇਲ ਕਰ ਸਕਦੇ ਹੋ, ਜਾਂ ਮੈਂ ਡਾਕਟਰ ਸਾਹਿਬ ਨੂੰ ਆਪਣਾ ਪੇਪਰ ਜਿਹੜਾ ਉਹ ਸੈਂਡ ਕਰ ਦਾਂਗਾ। ਤੁਸੀਂ ਇਹਨੂੰ ਫੋਰੋ ਰੀਡਿੰਗ ਇਹਦੀ ਲੈ ਸਕਦੇ ਹੋ। ਤੀਜਾ ਜਿਹੜਾ ਗੁਣ ਹੈਗਾ, ਉਹ ਸਤ ਹੈ। ਸਤ ਤੋਂ ਭਾਵ ਹੈ ਸੱਚ, ਸੱਤਿਆ ਜਿਹਨੂੰ ਕਹਿੰਦੇ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਸੱਚ ਨੂੰ ਮੁੱਖ ਰੂਪ ਵਿੱਚ 2 ਅਰਥਾਂ ਵਿੱਚ ਵਰਤਿਆ ਗਿਆ ਹੈ।
ਪਹਿਲਾ ਹੈਗਾ ਸੱਤ ਪਰਮਾਤਮਾ ਸੰਬੰਧੀ, ਜਿਹਨੂੰ ਆਪਾਂ ਇਟਰਨਲ ਟਰੁਥ ਕਹਿੰਦੇ ਆ। ਦੂਜਾ ਹੈਗਾ ਜੀਵ ਸੰਬੰਧੀ। ਪਹਿਲੇ ਅਨੁਸਾਰ ਪਰਮਾਤਮਾ ਸੰਬੰਧੀ ਵਰਤੇ ਗਏ ਸੱਚ ਤੋਂ ਭਾਵ ਹੈ ਕਿ ਅਕਾਲ ਪੁਰਖ ਤਿੰਨੇ ਕਾਲਾਂ ਭੂਤ, ਵਰਤਮਾਨ ਅਤੇ ਭਵਿੱਖ ਵਿੱਚ ਸੱਚ ਹੈ, ਜਿਹਨੂੰ ਆਪਾਂ ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ, ਆਦਿ ਸੱਚੋ, ਜੁਗਾਦਿ ਸੱਚੋ, ਹੈ ਭੀ ਸੱਚੋ, ਨਾਨਕ ਹੋਸੀ ਭੀ ਸੱਚੋ। ਸ੍ਰੀ ਗੁਰੂ ਰਾਮਦਾਸ ਮਹਾਰਾਜ ਦੱਸਦੇ ਹਨ ਕਿ ਜਿਹੜੇ ਮਨੁੱਖ ਮਨ ਅਤੇ ਤਨ ਕਰਕੇ ਪਰਮਾਤਮਾ ਦੀ ਯਾਦ ਵਿੱਚ ਸੁਰਤ ਜੋੜਦੇ ਹਨ, ਉਹ ਸੱਚੇ ਦੀ ਦਰਗਾਹ ਵਿੱਚ ਪਹੁੰਚ ਜਾਂਦੇ ਹਨ। ਪਰੰਤੂ ਸੱਚ ਦੀ ਦਰਗਾਹ ਵਿੱਚ ਉਹ ਹੀ ਪਹੁੰਚਦੇ ਹਨ ਜਿਹੜੇ ਸੱਚ ਨੂੰ ਪਛਾਣ ਲੈਂਦੇ ਹਨ, ਸੱਚ ਦੀ ਪੂੰਜੀ ਨਾਲ ਸੰਸਾਰ ਦੀ ਬਾਜ਼ੀ ਜਿੱਤ ਲੈਂਦੇ ਹਨ। ਸੱਚ ਰਤੇ ਸੇ ਜਿਣ ਗਏ, ਹਉ ਸਦ ਬਲਿਹਾਰੈ ਜਾਸ। ਸੱਚ ਨੂੰ ਜਾਣਨ ਨਾਲ ਜੀਵ ਸਦਾ ਸੁਖ ਭੋਗਦਾ ਹੈ, ਉਸਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ। ਜਦੋਂ ਜੀਵ ਸੱਚ ਨਾਲ ਜੁੜਦਾ ਹੈ, ਪਰਮਾਤਮਾ ਨਾਲ ਜੁੜਦਾ ਹੈ, ਤਾਂ ਇਹ ਕੋਈ ਕਹਿਣ ਮਾਤਰ ਨਹੀਂ। ਉਹ ਕਹਿੰਦੇ ਭੀਖਾ ਬਾਤ ਅਗੰਮ ਕੀ, ਗੁਰਬਾਣੀ ਤੋਂ ਬਾਅਦ ਇੱਕ ਦੋਹਰਾ ਮਿਲਦਾ ਭਗਤ ਭੀਖਾ ਜੀ ਦਾ, ਕਹਿੰਦੇ ਭੀਖਾ ਬਾਤ ਅਗੰਮ ਕੀ, ਜੋ ਕਹੈ ਸੋ ਜਾਣੈ ਨਹੀਂ, ਜੋ ਜਾਣੈ ਸੋ ਕਹੈ ਨਾਹੀਂ। ਕਹਿੰਦੇ ਪਰਮਾਤਮਾ ਦੀ ਗੁਣ ਜਿਹੜੀ ਗੱਲ ਹੈ, ਉਹ ਜਿਹੜਾ ਬੰਦਾ ਜਾਣ ਲੈਂਦਾ, ਪਰਮਾਤਮਾ ਨੂੰ ਜਾਣ ਸਰ ਲੈਂਦਾ, ਸਾਹਿਬ ਲਾਸਟ ਤੁਹਾਡੇ ਉਹ ਕੋਲ 2 ਕਦੇ ਮਿੰਟ ਹੀ ਵੀ ਆ, ਪਲੀਜ਼ ਵਾਈਂਡ ਅਪ ਕਰ ਦਿਓ। 2 ਮਿੰਟ ਆ ਤੁਹਾਡੇ ਕੋਲ ਲਾਸਟ ਸਰ। ਜੀ ਸਰ। ਸੋ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਨੈਤਿਕ ਗੁਣ ਨੇ, ਉਹਨਾਂ ਦੇ ਵਿੱਚ ਗੁਰਬਾਣੀ ਦੇ ਆਸ਼ੇ ਅਨੁਸਾਰ ਸੱਤ, ਸੰਤੋਖ, ਦਇਆ, ਧਰਮ, ਧੀਰਜ ਇਹ ਪ੍ਰਮੁੱਖ ਗੁਣ ਨੇ, ਜਿਨ੍ਹਾਂ ਨੂੰ ਧਾਰਨ ਕੀਤੇ ਬਿਨਾਂ ਕੋਈ ਵੀ ਮਨੁੱਖ ਹੈ ਜਿਹੜਾ ਉਹ ਨੈਤਿਕਤਾ ਨੂੰ ਅਡਾਪਟ ਨਹੀਂ ਕਰ ਸਕਦਾ, ਨੈਤਿਕ ਗੁਣਾਂ ਉਹਦੇ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ। ਤੇ ਨੈਤਿਕ ਗੁਣ ਜੇਕਰ ਨਹੀਂ ਪ੍ਰਵੇਸ਼ ਕਰਦੇ ਤਾਂ ਮਨੁੱਖ ਹੈ ਜਿਹੜਾ ਉਹ ਆਪਣੇ ਜਿਹੜਾ ਮਨੁੱਖਾ ਦੇਹੀ ਨੂੰ ਪ੍ਰਾਪਤ ਕਰਨ ਦਾ ਜਿਹੜਾ ਉਦੇਸ਼ ਹੈ, ਉਹ ਪ੍ਰਾਪਤ ਨਹੀਂ ਕਰ ਸਕਦਾ, ਭਾਵ ਕਿ ਪਰਮਾਤਮਾ ਨਾਲ ਨਹੀਂ ਜੁੜ ਸਕਦਾ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨਾ। ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।